ਜੀਵਨ ਸਿੰਘ ਜੀ ਵੀ ਛੋਟੇ ਜਿਹੇ ਸੀ ਤੇ ਨਾਲ ਸੀ। ਜਦੋਂ ਦਰਸ਼ਨ ਕਰਨ ਗਏ ਤੇ ਉੱਥੇ ਸੋਢੀਆਂ ਦਾ ਕਬਜ਼ਾ ਸੀ, ਜਿਹੜੇ ਮਿਹਰਬਾਨ ਦੀ ਔਲਾਦ ਸੀ, ਬਾਬਾ ਪ੍ਰਿਥੀ ਚੰਦ ਦੀ ਔਲਾਦ ਵਿੱਚੋਂ। ਉਹਨਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸੀ ਹਰਮੰਦਰ ਸਾਹਿਬ ਦੇ, ਤੇ ਸਤਿਗੁਰੂ ਬਾਹਰ ਹੀ ਬਹਿ ਕੇ ਥੜੇ ਤੇ ਆ ਗਏ ਸੀ। ਉਹ ਕਹਾਣੀ ਭਾਈ ਜੈਤਾ ਆਪਣੇ ਪਿਤਾ ਤੋਂ ਸੁਣਦੇ ਹੁੰਦੇ ਸੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੱਦੀ ਤੇ ਬਿਰਾਜੇ ਸੀ, ਤੇ ਉਹਨਾਂ ਨੇ ਕਿਹਾ ਸੀ ਅਸੀਂ ਮਾਝੇ ਦੀ ਧਰਤੀ ਤੇ ਜਾਣਾ ਹੀ ਨਹੀਂ। ਤੇ ਜਦੋਂ ਗੁਰੂ ਸਾਹਿਬ ਜੀ ਨੇ ਅੱਜ ਭਾਈ ਜੈਤੇ ਨੂੰ ਕਿਹਾ ਕੁਛ ਮੰਗ, ਤੈਨੂੰ ਦੇਣ ਨੂੰ ਜੀ ਕਰਦਾ, ਤੇ ਭਾਈ ਜੈਤਾ ਬਾਬਾ ਜੀਵਨ ਸਿੰਘ ਜੀ ਨੇ ਹੱਥ ਜੋੜੇ। ਜਿਹੜੀ ਅੱਜ ਅਸੀਂ ਅਰਦਾਸ ਦੇ ਵਿੱਚ ਸਰਵਣ ਕਰਦੇ ਆ ਨਾ ਕਿ ਅੰਮ੍ਰਿਤਸਰ ਦੇ ਖੁੱਲੇ ਦਰਸ਼ਨ ਇਸ਼ਨਾਨ ਬਖਸ਼ੋ, ਇਹ ਸ਼ਬਦ ਬਾਬਾ ਜੀਵਨ ਸਿੰਘ ਦੇ ਆ, ਭਾਈ ਜੈਤਾ ਜੀ ਦੇ। ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਅਰਦਾਸ ਕੀਤੀ, ਸਤਿਗੁਰੂ ਤੁਠੇ ਜੇ ਤੇ ਅੰਮ੍ਰਿਤਸਰ ਸਾਹਿਬ ਦੇ ਖੁੱਲੇ ਦਰਸ਼ਨ ਤੇ ਇਸ਼ਨਾਨ ਬਖਸ਼ ਦਿਓ। ਸਤਿਗੁਰੂ ਕਹਿਣ ਲੱਗੇ ਭਾਈ ਜੈਤਿਆ ਜਾ, ਬਖਸ਼ੇ ਤੈਨੂੰ, ਖੁੱਲੇ ਦਰਸ਼ਨ ਦੀਦਾਰ ਬਖਸ਼ੇ ਤੈਨੂੰ, ਜਾਓ ਇਸ਼ਨਾਨ ਕਰਕੇ ਆਓ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ 1100 ਰੁਪਈਆ ਭਾਈ ਜੈਤਾ ਜੀ ਨੂੰ ਦਿੱਤਾ। ਕਹਿਣ ਲੱਗੇ ਜਾਓ ਮੇਰੇ ਵੱਲੋਂ ਵੀ ਉੱਥੇ ਕੜਾ ਪ੍ਰਸ਼ਾਦੀ ਦੇ ਕਰਾ ਕੇ ਆਇਓ। ਤੇ ਜਦੋਂ ਰਗਰੇਟਿਆਂ ਦੀ ਫੌਜ ਲੈ ਕੇ ਬਾਬਾ ਜੀਵਨ ਸਿੰਘ ਜੀ ਅੰਮ੍ਰਿਤਸਰ ਆਏ ਨਾ, ਗੁਰੂ ਕੇ ਬਾਗ ਆਣ ਕੇ ਉਤਾਰਾ ਕੀਤਾ ਦਲ ਪੰਥ ਨੇ, ਉੱਥੇ ਡੇਰਾ ਲਾਇਆ। ਤੇ ਉਦੋਂ ਫਿਰ ਜਿਹੜੇ ਪੁਜਾਰੀ ਸੀ ਨਾ, ਗੁਰਦੁਆਰੇ ਦਰਬਾਰ ਖੁੱਲੇ ਛੱਡ ਕੇ ਭੱਜ ਗਏ ਸੋਢੀ। ਵੇਖਿਆ ਕਿੱਧਰ ਗਏ ਪੁਜਾਰੀ। ਦਿਨ ਚੜਿਆ, ਸਾਰੀ ਰਾਤ ਉਡੀਕਿਆ। ਜਦੋਂ ਦਿਨ ਚੜਿਆ ਤੇ ਭਾਈ ਸੰਗਤ ਸਿੰਘ ਜੀ ਨੂੰ ਕਹਿੰਦੇ ਸੀ ਪੰਥ ਵਿੱਚ ਸੰਗਤੀਆ, ਤੇ ਬਾਬਾ ਜੀ ਕਹਿਣ ਲੱਗੇ ਭਾਈ ਸੰਗਤ ਜੀ ਜਾਓ, ਪੁਜਾਰੀਆਂ ਨੂੰ ਬੁਲਾ ਕੇ ਲਿਆਓ, ਅਰਦਾਸਾਂ ਕਰਾਉਣੀਆਂ ਨੇ, ਨਾਲ ਦੇਗ ਕਰਾਉਣੀ ਗੁਰੂ ਸਾਹਿਬ ਵੱਲੋਂ ਵੀ। ਤੇ ਜਦੋਂ ਭਾਈ ਸੰਗਤ ਸਿੰਘ ਜੀ ਸੋਢੀਆਂ ਦੇ ਘਰਾਂ ਵਿੱਚ ਉਹਨਾਂ ਪੁਜਾਰੀਆਂ ਨੂੰ ਬੁਲਾਉਣ ਵਾਸਤੇ ਗਏ ਨਾ, ਤੇ ਉੱਥੇ ਕੁਛ ਵੀ ਨਹੀਂ, ਘਰ ਖਾਲੀ ਸਾਰੇ। ਜਦੋਂ ਉਹਨਾਂ ਦੇ ਨੌਕਰਾਂ ਚਾਕਰਾਂ ਨੂੰ ਪੁੱਛਿਆ ਵੀ ਕਿੱਧਰ ਗਏ, ਉਹ ਕਹਿੰਦੇ ਜੀ ਉਹ ਤੇ ਰਾਤੋਂ ਰਾਤ ਧਨ ਦੇ ਗੱਡੇ ਲੱਦ ਕੇ ਤੇ ਮਾਲਵੇ ਦੀ ਧਰਤੀ ਨੂੰ, ਉਦੋਂ ਕਹਿੰਦੇ ਸੀ ਜੰਗਲ ਦੇਸ਼, ਮਾਲਵਾ ਇਹਨੂੰ ਗੁਰੂ ਨਾਨਕ ਦੇਵ ਜੀ ਨੇ ਆਖਿਆ। ਇਹਨੂੰ ਇਤਿਹਾਸ ਵਿੱਚ ਜਦੋਂ ਪੜਾਂਗੇ ਨਾ ਜੰਗਲ ਦੇਸ਼ ਕਹਿੰਦੇ ਆ, ਜੰਗਲੀ ਜੰਗਲ ਸੀ, ਆਬਾਦੀ ਕੋਈ ਨਹੀਂ ਸੀ ਉਧਰ। ਕਹਿੰਦੇ ਜੀ ਉਹ ਤਾਂ ਜੰਗਲ ਦੇਸ਼ ਨੂੰ ਚਲੇ ਗਏ ਧਨ ਦੌਲਤ ਦੇ ਗੱਡੇ ਭਰ ਕੇ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਉਹ ਗੁਰੂ ਘਰ ਦੀ ਪੂਜਾ ਚੁੱਕਦੇ ਆਉਂਦੇ ਸੀ, ਬਹੁਤ ਧਨ ਸੀ ਉਹਨਾਂ ਦੇ ਕੋਲ। ਤੇ ਮਾਲਵੇ ਵਿੱਚ ਜਾ ਕੇ ਉਹਨਾਂ ਨੇ ਜ਼ਮੀਨਾਂ ਖਰੀਦ ਕੇ ਤੇ ਜਗੀਰਾਂ ਬਣਾਈਆਂ, ਪਿੰਡ ਵਸਾਏ। ਅੱਜ ਉਧਰ ਗੁਰੂਸਰ, ਗੁਰੂ ਕੇ, ਗੁਰੂ ਜੋਧੇ, ਗੁਰੂ ਘਾਟ, ਗੁਰੂ, ਇਦਾਂ ਕਰਕੇ ਪਿੰਡ ਉਹਨਾਂ ਦੇ ਵਸੇ ਸੋਢੀਆਂ ਦੇ, ਅੱਜ ਵੀ ਜਾ ਕੇ ਵੇਖ ਸਕਦੇ ਹੋ ਮਾਲਵੇ ਦੀ ਧਰਤੀ ਤੇ। ਜਦੋਂ ਇਹ ਖਬਰ ਬਾਬਾ ਜੀਵਨ ਸਿੰਘ ਨੂੰ ਮਿਲੀ, ਉਹਨਾਂ ਨੇ ਇੱਕ ਬੇਨਤੀ ਪੱਤਰ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਮਹਾਰਾਜ ਇਸ ਤਰ੍ਹਾਂ ਕੀਤਾ ਪੁਜਾਰੀਆਂ ਨੇ ਤੇ ਗੁਰਦੁਆਰੇ ਸੁੰਨੇ ਹੋ ਗਏ ਆ, ਦਰਬਾਰ ਜਿਹੜੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਬਰ ਸੁਣੀ ਤੇ ਉਹਨਾਂ ਨੇ ਹੁਕਮਨਾਮਾ ਲਿਖਿਆ ਬਾਬਾ ਜੀਵਨ ਸਿੰਘ ਨੂੰ। ਕਹਿਣ ਲੱਗੇ ਸੰਤ ਜੀ ਰਗਰੇਟਿਆਂ ਨੂੰ ਮਰਿਆਦਾ ਸਮਝਾ ਕੇ ਤੇ ਗੁਰੂ ਘਰਾਂ ਦੀ ਸੇਵਾ ਸੰਭਾਲ ਕੇ ਫੇਰ ਆਇਓ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਹੁਕਮ ਸੀ। ਤੇ ਥਾਂ ਪਰ ਥਾਂ ਬਾਬਾ ਜੀਵਨ ਸਿੰਘ ਜੀ ਨੇ ਰੰਗਰੇਟਿਆਂ ਨੂੰ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਦਿੱਤੀ ਤੇ ਉਥੋਂ ਚੱਲ ਕੇ ਵਾਪਸ ਗਏ। ਉਦੋਂ ਤੋਂ ਲੈ ਕੇ ਤੇ ਅਕਾਲੀ ਫੂਲਾ ਸਿੰਘ ਤੱਕ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਜਿਹੜੀ ਸੀ ਇਹ ਰੰਗਰੇਟਿਆਂ ਕੋਲ ਰਹੀ। ਜਦੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ, ਇਹਨਾਂ ਪੁਜਾਰੀਆਂ ਨੇ ਇੱਕ ਬੜੀ ਕੋਝੀ ਚਾਲ ਚੱਲੀ ਰੰਗਰੇਟਿਆਂ ਨੂੰ, ਕਿਉਂਕਿ ਈਸਾਈ ਧਰਮ ਦੇ ਵਿੱਚ ਨਾ ਸਿਰ ਢੱਕਣ ਦੀ ਪਾਬੰਦੀ ਆ ਤੇ ਨਾ ਜੋੜਾ ਲਾ ਕੇ ਆਉਣ ਦੀ ਮਨਾਹੀ ਆ। ਉਹਨਾਂ ਨੂੰ ਅੰਗਰੇਜ਼ ਅਫਸਰਾਂ ਨੂੰ ਇਹਦੇ ਬਾਰੇ ਮਰਿਆਦਾ ਦੇ ਕੁਝ ਪਤਾ ਨਹੀਂ ਸੀ। ਹਰਮੰਦਰ ਸਾਹਿਬ ਦੇ ਉਹ ਦਰਸ਼ਨ ਕਰਨ ਵਾਸਤੇ, ਧਿਆਨ ਵੇਖਣ ਵਾਸਤੇ ਤੇ 14-15 ਅੰਗਰੇਜ਼ ਅਫਸਰ ਜਿਹੜੇ ਸੀ ਨਾ ਉਹ ਆ ਗਏ ਦਰਬਾਰ। ਬਕਰਮਾ ਸਰੋਵਰ ਦੇ ਘੇਰੇ ਘੇਰੇ ਫਿਰੇ। ਉਸ ਟਾਈਮ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਸੀ ਵੀ ਸਿੱਖ ਮਰਿਆਦਾ ਐਦਾਂ ਹੈ, ਪਰ ਇਹ ਜਿਹੜੇ ਸੋਢੀ ਸੀ ਨਾ ਇਹ ਕਹਿਣ ਲੱਗੇ ਵੱਡੇ ਗੁਰੂ ਦੇ ਬੇਟੇ ਬਣੇ ਫਿਰਦੇ ਹੋ, ਆ ਬੇਅਦਬੀ ਹੋ ਗਈ, ਮਹਾਰਾਜ ਦੀ ਬੇਅਦਬੀ ਕਰਾਤੀ ਤੁਸੀਂ, ਜਰਾ ਅੱਜ ਜੋੜੇ ਪਾ ਕੇ ਟੋਪੀਆਂ ਪਾ ਕੇ ਇਹ ਆ ਗਏ ਨੇ ਮਹਾਰਾਜ ਦੇ ਬਕਰਮਾਂ ਦੇ ਵਿੱਚ। ਰਗਰੇਟੇ ਜੋਸ਼ ਵਿੱਚ ਆਏ, ਉਹ 14-15 ਅੰਗਰੇਜ਼ ਵੜ ਦਿੱਤੇ ਤੇ ਉਧਰ ਜਾ ਕੇ ਅੰਗਰੇਜ਼ਾਂ ਨੂੰ ਕਹਿੰਦੇ ਇਹ ਜਾਹਲ ਕੌਮ ਆ,
ਜਦ ਤੱਕ ਇਹਨਾਂ ਨੂੰ ਤੁਸੀਂ ਇਸ ਕੌਮ ਨੂੰ ਖਤਮ ਨਾ ਕੀਤਾ ਤੁਸੀਂ ਪੰਜਾਬ ਤੇ ਰਾਜ ਨਹੀਂ ਕਰ ਸਕਦੇ। ਤੇ ਇਹ ਇਤਿਹਾਸ ਵੀ ਇਹ ਗਵਾਹ ਸੀ। ਮਜੀਠੀਏ ਸਰਦਾਰ, ਲੈਲਪੁਰੀਏ, ਸ਼ੇਖੂਪੁਰੀਏ, ਫਿਰ ਲਾਹੌਰੀਏ, ਇਹ ਸਾਰੇ ਸਰਦਾਰਾਂ ਨੇ ਅੰਗਰੇਜ਼ਾਂ ਨਾਲ ਸਮਝੌਤਾ ਕੀਤਾ ਸੀ। ਜਦੋਂ ਕੌਂਸਲ ਬਣੀ ਸੀ, ਅੰਗਰੇਜ਼ਾਂ ਨੇ ਬਣਾਈ ਸੀ, ਮਹਾਰਾਣੀ ਜਿੰਦਾਂ ਦੇ ਸਾਰੇ ਹੱਕ ਖੋਣ ਲੱਗੇ ਤੇ ਮੋਹਕਮ ਚੰਦ ਦਾ ਪੋਤਰਾ ਉਸ ਕੌਂਸਲ ਦਾ ਮੈਂਬਰ ਸੀ, ਉਹ ਬੋਲਿਆ ਵੀ ਇਹ ਜ਼ੁਲਮ ਆ। ਤੇ ਅੰਗਰੇਜ਼ ਅਫਸਰ ਨੇ ਕਿਹਾ ਸੀ ਇੰਨੇ ਸਰਦਾਰ ਬੈਠੇ, ਇਹ ਨਹੀਂ ਬੋਲਦੇ, ਤੂੰ ਬੋਲਦਾ ਹੈ, ਖਬਰਦਾਰ ਬੋਲਿਆ ਨੇ ਤੈਨੂੰ ਵੀ ਉਸੇ ਜਿੰਦਾਂ ਦੇ ਨਾਲ ਹੀ ਕਰ ਦੂੰਗਾ। ਉਹ ਵੀ ਚੁੱਪ ਕਰ ਗਿਆ ਸੀ। ਤੇ ਉਦੋਂ ਇਹਨਾਂ ਸੋਢੀਆਂ ਨੇ, ਉਦੋਂ ਇੱਕ ਗੁਰੂ ਘਰ ਦਾ ਲਾਲ ਜਿਹੜਾ ਗੁਰੂ ਦਾ ਬੇਟਾ ਸੀ, ਜੱਟ ਸਿੱਖ ਕੌਮ ਦੇ ਵਿੱਚੋਂ, ਜਿਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਇਸ ਸਿੱਖ ਰਾਜ ਨੂੰ ਬਚਾਉਣ ਵਾਸਤੇ, ਉਹ ਸਰਦਾਰ ਅਸਾਮ ਸਿੰਘ ਜੀ ਅਟਾਰੀ ਵਾਲਾ ਸੀ। ਉਹਦੇ ਨਾਲ ਜਿਹੜੀ ਫੌਜ ਸੀ ਉਹ ਸਾਰੀ ਰੰਗਰੇਟਿਆਂ ਦੀ ਸੀ। ਉਹ ਲੜੇ ਆਖਰੀ ਦਮ ਤੱਕ। ਤੇ ਇਹ ਅੰਗਰੇਜ਼ਾਂ ਨੂੰ ਪਤਾ ਹੀ ਸੀ ਕਿ ਇਹ ਕੌਮ ਅੜੀ ਆ। ਉਹਨੇ ਫਿਰ ਕੀ ਕੀਤਾ, ਜਾ ਕੇ ਸੋਢੀਆਂ ਨੇ ਕਿਹਾ ਇਹ ਕੌਮ ਤੁਹਾਨੂੰ ਰਾਜ ਨਹੀਂ ਕਰਨ ਦੇਗੀ। ਇੱਕ ਅਫਸਰ ਮਾਰ ਦਿੱਤੇ 14-15। ਦੂਜਾ ਉਹਨਾਂ ਨੇ ਜਾ ਕੇ ਇਸ ਕੌਮ ਬਾਰੇ ਭਟਕਾਇਆ। ਅੰਗਰੇਜ਼ਾਂ ਨੇ ਆ ਕੇ ਤੋਪਾਂ ਬੀੜ ਦਿੱਤੀਆਂ। ਕੁਝ ਰੰਗਰੇਟੇ ਤੋਪਾਂ ਦੇ ਅੱਗੇ ਖਿਲਾਰ ਕੇ ਉਡਾ ਦਿੱਤੇ। ਕੁਝ ਰੰਗਰੇਟਿਆਂ ਨੂੰ ਉੱਥੇ ਫਾਂਸੀਆਂ ਦੇ ਕੇ ਮਾਰ ਦਿੱਤਾ। ਤੇ ਉਹ ਗੁਰਦੁਆਰੇ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਫਿਰ ਉਹਨਾਂ ਮਹੰਤਾਂ ਨੂੰ, ਪੁਜਾਰੀਆਂ ਨੂੰ ਦੇ ਦਿੱਤੀ। ਉਦੋਂ ਰੰਗਰੇਟੇ ਕੌਮ ਦੇ ਮੰਦੇ ਦਿਨ ਆਏ ਨੇ। ਨਾ ਇਹਨਾਂ ਨੂੰ ਕਿਤੇ ਫੌਜ 'ਚ ਨੌਕਰੀ ਮਿਲਦੀ ਸੀ, ਨਾ ਇਹਨਾਂ ਦੇ ਕੋਲ ਗੁਰੂ ਘਰਾਂ ਦੀ ਸੇਵਾ ਸੀ। ਖੇਤੀ ਇਹ ਕਰ ਨਹੀਂ ਸੀ ਸਕਦੇ, ਨਾ ਹੀ ਅੱਜ ਕਰ ਸਕਦੇ ਆ। ਸਰਕਾਰ ਨੇ ਜ਼ਮੀਨਾਂ ਰੰਗਰੇਟਿਆਂ ਨੂੰ ਦਿੱਤੀਆਂ ਸੀ, ਪਰ 100 ਦੇ ਵਿੱਚੋਂ ਕੋਈ 2-4 ਰੰਗਰੇਟੇ ਐਸੇ ਹੋਣਗੇ ਜਿਹੜੇ ਖੇਤੀ ਕਰਦੇ ਆ, ਨਹੀਂ ਤੇ ਸਭ ਜ਼ਮੀਨਾਂ ਜਮੂਨਾਂ ਵੇਚ ਕੇ ਵਿਹਲੇ ਹੋ ਗਏ। ਲੜਾਈ ਜਿੰਨੀ ਮਰਜ਼ੀ ਕਰਾ ਲਓ ਇਹਨਾਂ ਕੋਲ, ਕਿਉਂਕਿ ਫੌਜੀ ਨੇ, ਲੜਨਾ ਆਉਂਦਾ ਇਹਨਾਂ ਨੂੰ, ਪਰ ਖੇਤੀ ਨਹੀਂ ਕਰ ਸਕਦੇ। ਹੁਣ ਥੋੜਾ ਥੋੜਾ ਵਪਾਰ ਵਿੱਚ ਹਿੱਸਾ ਲੈਂਦੇ ਆ, ਪਰ ਇਹਨਾਂ ਦਾ ਇੱਕੋ ਹੀ ਕੰਮ ਸੀ, ਆਦਿ ਕਾਲ ਤੋਂ ਇਹ ਲੜਦੇ ਆ ਰਹੇ ਆ, ਫੌਜੀ ਸਨ। ਤੇ ਇਹਨਾਂ ਦੇ ਮੰਦੇ ਦਿਨ ਉਦੋਂ ਆ ਗਏ ਜਦੋਂ ਫੌਜ ਵਿੱਚ ਵੀ ਨਹੀਂ ਸੀ ਇਹਨਾਂ ਨੂੰ ਰੱਖਦੇ। ਫਿਰ ਸਰਦਾਰ ਹਰੀ ਸਿੰਘ ਨਰਵਾ, ਮਜਬੀ ਸਿੱਖ ਰੰਗਰੇਟਾ, ਗੁਰੂ ਦਾ ਬੇਟਾ, ਉਹਦਾ ਪੁੱਤਰ ਸੀ ਨਰਵੈਰ ਸਿੰਘ। ਜਦੋਂ ਹਰੀ ਸਿੰਘ ਨਰਵੇ ਨੂੰ ਸ਼ਹੀਦ ਹੋ ਗਿਆ ਤੇ ਉਹਦੀ ਸਾਰੀ ਪ੍ਰਾਪਰਟੀ ਜ਼ਬਤ ਕਰ ਲਈ ਮਹਾਰਾਜਾ ਰਣਜੀਤ ਸਿੰਘ ਨੇ। ਤੇ ਉਹ ਦਰਬਾਰ 'ਚ ਪੇਸ਼ ਹੋਇਆ ਦੋਵੇਂ ਮਾਵਾਂ ਨੂੰ ਲੈ ਕੇ, ਦੋਵੇਂ ਭੈਣਾਂ ਨੂੰ ਆਪਣੀਆਂ ਨੂੰ ਲੈ ਕੇ, ਵੀ ਤੁਹਾਡੇ ਵਾਸਤੇ ਸਾਡੇ ਪਿਤਾ ਨੇ ਇਸ ਪੰਜਾਬ ਵਾਸਤੇ ਇੰਨੀ ਘਾਲਣਾ ਘਾਲੀ ਤੇ ਅੱਜ ਤੁਸੀਂ ਸਭ ਕੁਝ ਖੋ ਲਿਆ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਵੀ ਉਹ ਸਾਡਾ ਮੁਲਾਜ਼ਮ ਸੀ, ਉਹ ਸੇਵਾ ਕਰਦਾ ਸੀ ਖਾਲਸੇ ਰਾਜ ਦੀ, ਉਹਨੂੰ ਸਗਾਤਾਂ ਮਿਲੀਆਂ ਸੀ, ਤੁਸੀਂ ਕਰੋਗੇ ਤੁਹਾਨੂੰ ਵੀ ਮਿਲਣਗੀਆਂ। ਤੇ ਫਿਰ ਸਰਦਾਰ ਨਰਵੈਰ ਸਿੰਘ ਕਹਿਣ ਲੱਗੇ ਵੀ ਉਹਨਾਂ ਦਾ ਜਿਹੜਾ ਆਪਣਾ ਪਰਸਨਲ ਪੈਸਾ ਸੀ 3 ਲੱਖ, ਉਹ ਮਹਾਰਾਜਾ ਰਣਜੀਤ ਸਿੰਘ ਦੇ ਬੈਂਕ ਵਿੱਚ ਜਮ੍ਹਾਂ ਸੀ। ਉਹ ਮੰਗਿਆ, ਕਹਿਣ ਲੱਗੇ ਉਹ ਹੀ ਦੇ ਦਿਓ। ਕਹਿਣ ਲੱਗੇ ਵੀ ਉਹ ਵੀ ਸਰਕਾਰੀ ਪੈਸਾ ਜ਼ਬਤ ਹੋ ਗਿਆ ਹੈ, ਤੁਸੀਂ ਨੌਕਰੀ ਕਰੋ ਤੁਹਾਨੂੰ ਵੀ ਮਿਲੇਗਾ। ਉਸ ਵਕਤ ਸਰਦਾਰ ਨਰਵੈਰ ਸਿੰਘ ਨੇ ਕਹਿਤਾ ਸੀ ਅਸੀਂ ਤੇਰੀ ਨੌਕਰੀ ਨਹੀਂ ਕਰਨੀ, ਅਸੀਂ ਇਹੋ ਜੀ ਨੌਕਰੀ ਤੇ ਥੁੱਕਦੇ ਆ। ਸਾਡੇ ਪਿਤਾ ਨੇ ਕੀ ਕੁਛ ਨਹੀਂ ਕੀਤਾ, ਉਹਦੇ ਪਰਿਵਾਰ ਨਾਲ ਮਗਰੋਂ ਆਹ ਹਾਲਤ ਕੀਤੀ ਤੇ ਸਾਡੇ ਨਾਲ ਕੀ ਕਰੋਗੇ, ਅਸੀਂ ਨਹੀਂ ਕਰਨੀ ਤੇਰੀ ਨੌਕਰੀ। ਪੜਿਆ ਲਿਖਿਆ ਉਹ ਭਾਈ ਨਰਵੈਰ ਸਿੰਘ ਸੀ। ਲੁਧਿਆਣੇ ਜਾ ਕੇ ਅੰਗਰੇਜ਼ ਸਰਕਾਰ ਦੇ ਕੋਲ ਉਹਨੇ ਦੱਸਿਆ ਕਿ ਮੈਂ ਸਰਦਾਰ ਹਰੀ ਸਿੰਘ ਨਰਵੇ ਦਾ ਪੁੱਤਰ ਆ। ਅੰਗਰੇਜ਼ ਸਰਕਾਰ ਨੇ ਉਹਨੂੰ ਕਮਿਸ਼ਨਰ ਲਾਤਾ। ਜਦੋਂ ਇਸ ਕੌਮ ਦੇ ਨਾਲ ਅੰਗਰੇਜ਼ ਕੌਮ ਬੜਾ ਧੱਕਾ ਕਰਦੀ ਪਈ ਸੀ ਨਾ, ਉਦੋਂ ਸਰਦਾਰ ਨਰਵੈਰ ਸਿੰਘ ਨੇ ਜਨਰਲ ਅਖਤਰ ਲੋਨੀ ਨੂੰ ਇਹ ਗੱਲ ਕਹੀ ਸੀ ਵੀ ਇਹ ਜਿਹੜੇ ਰੰਗਰੇਟੇ ਆ ਨਾ, ਇਹ ਜਾਹਲ ਕੌਮ ਨਹੀਂ ਹੈ, ਇਹ ਬੜੀ ਵਫਾਦਾਰ ਕੌਮ ਆ। ਇਹਨਾਂ ਦੇ ਸਿਰ ਤੇ ਕਦੀ ਹੱਥ ਰੱਖ ਕੇ ਵੇਖ, ਇਹਨਾਂ ਨੂੰ ਕਦੀ ਜੱਫੀ ਪਾ ਕੇ ਪਿਆਰ ਕਰਕੇ ਵੇਖ, ਇਹਨਾਂ ਦੇ ਇੱਕ ਇੱਕ ਕਤਰੇ ਦੇ ਵਿੱਚ ਵਫਾਦਾਰੀ ਭਰੀ ਹੋਈ ਆ। ਤੂੰ ਇਹਨਾਂ ਨੂੰ ਫੌਜ 'ਚ ਭਰਤੀ ਕਰ। ਹਰੀ ਸਿੰਘ ਨਰਵਾ ਸੀ, ਜਿੱਥੋਂ ਤੱਕ ਹੱਦਾਂ ਬਣਾਈਆਂ ਸੀ ਉਹਨੇ, ਅੱਜ ਵੀ ਤੇਰੀਆਂ ਹੱਦਾਂ ਦੀ ਰਾਖੀ ਕਰਨਗੇ। ਉਸ ਟਾਈਮ ਸਰਦਾਰ ਨਰਵੈਰ ਸਿੰਘ ਦੀ ਸਿਫਾਰਿਸ਼ ਤੇ ਗੌਰ ਕੀਤਾ ਅੰਗਰੇਜ਼ ਸਰਕਾਰ ਨੇ ਤੇ ਇਹਨਾਂ ਨੂੰ ਰੰਗਰੇਟਿਆਂ ਨੂੰ ਫੌਜ ਵਿੱਚ ਭਰਤੀ ਕੀਤਾ ਤੇ ਉਸ ਫੌਜ ਦਾ ਕੰਪਨੀ ਦਾ ਨਾਮ ਰੱਖਿਆ ਸਿੱਖ ਲਾਈ ਪਲਟਨ। ਉਹਦੀਆਂ ਸਾਰੀਆਂ ਰਹਿਤਾਂ ਬਹਿਤਾਂ ਨੂੰ ਬਰਕਰਾਰ ਰੱਖਿਆ। ਉਹ ਸਿੱਖ ਲਾਈ ਪਲਟਨ ਜਿਹੜੀ ਸੀ ਨਾ, ਉਹ ਫਿਰ ਫੌਜ ਦੇ ਵਿੱਚ ਆਈ ਤੇ ਥੋੜਾ ਥੋੜਾ ਇਸ ਕੌਮ ਦਾ ਫਿਰ ਸੁਧਾਰ ਹੋਣ ਲੱਗਾ। ਪਰ ਪੰਥ ਦੋਖੀ ਸਮੇਂ-ਸਮੇਂ ਨਾਲ ਇਹਨੂੰ ਦਬਾਉਂਦੇ ਆਏ ਆ। ਹੁਣ ਉਹ ਸਮਾਂ ਆ ਗਿਆ ਏ
ਕਿ ਵਿਗਿਆਪਨ ਜੋਗਿਆ ਮੀਡੀਆ ਜੋਗਿਆ ਹੁਣ ਮੇਰੀ ਜ਼ਬਾਨ ਤੇ ਭਾਵੇਂ ਦੱਬ ਦਿਓ ਪਰ ਰਗਰੇਟਾ ਕੌਮ ਦੀ ਜ਼ਬਾਨ ਨਹੀਂ ਕੋਈ ਦੱਬ ਸਕਦਾ। ਇਹ ਸ੍ਰੀ ਰਗਰੇਟਾ ਕੌਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਰਗਰੇਟਿਆਂ ਦਾ ਇਤਿਹਾਸ ਇਹ ਦਾਸ ਨੇ ਤੁਸ਼ ਬੁੱਧੀ ਅਨੁਸਾਰ ਜਿੰਨੀ ਸਟੱਡੀ ਕੀਤੀ ਹੈ ਉਹ ਸੁਣਾਇਆ ਹੈ। ਤੇ ਆਖਰ ਦੇ ਵਿੱਚ ਮੈਂ ਖਾਸ ਕਰਕੇ ਮਜਬੀ ਸਿੱਖ ਕੌਮ ਨੂੰ ਇੱਕ ਅਪੀਲ ਕਰਾਂਗਾ, ਹੱਥ ਜੋੜ ਕੇ ਚਰਨਾਂ ਤੇ ਸਿਰ ਰੱਖ ਕੇ, ਐ ਗੁਰੂ ਪਿਆਰਿਓ ਪ੍ਰਚਾਰ ਕਰੋ, ਪ੍ਰਚਾਰ ਤੇ ਪੈਸਾ ਖਰਚ ਕਰੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਆਪਣੇ ਬੱਚਿਆਂ ਨੂੰ ਉੱਚ ਕੋਟੀ ਦੀ ਵਿੱਦਿਆ ਦਿਓ। ਤੇ ਇਹ ਜਿਹੜਾ ਫੇਸਬੁੱਕ ਤੇ WhatsApp ਤੇ ਜਿਹੜਾ ਜੱਟਵਾਦ ਯੇਵਾਦ ਕਰਦੇ ਹੋ ਨਾ, ਇਹ ਬੰਦ ਕਰ ਦਿਓ, ਕਿਉਂਕਿ ਜੱਟ ਤੇ ਮਜਬੀ ਨੌ ਤੇ ਮਾਸ ਦਾ ਰਿਸ਼ਤਾ ਹੈ। ਆ ਜਿਹੜੇ ਸਟੇਜਾਂ ਦੇ ਉੱਤੇ ਜੱਟ ਜੱਟ ਰੌਲਾ ਪਾਇਆ ਜਾ ਰਿਹਾ ਨਾ, ਉਹ ਜੱਟ ਦੀ